विशा कंप्यूटर साइंस जमात 7वीं पाठ पहला टाइपिंग ट्यूटर भाग 2। प्यारे विद्यार्थियों, मैं आशु तलवाड़ कंप्यूटर फैकल्टी सरकारी हाई स्कूल बरियाना जलंधर ਅੱਜ 7ਵੀਂ ਜਮਾਤ ਦੇ ਪਹਿਲੇ ਪਾਠ ਟਾਈਪਿੰਗ ਟਿਊਟਰ ਦੇ ਭਾਗ 2 ਬਾਰੇ ਜਾਣਕਾਰੀ ਸਾਂਝੀ ਕਰਨ ਜਾ ਰਹੀ ਹਾਂ। ਅੱਜ ਸਾਡਾ ਮੇਨ ਟੌਪਿਕ ਅਨਮੋਲ ਲਿਪੀ ਦੇ ਵਿੱਚ ਟਾਈਪਿੰਗ ਦਾ ਹੋਵੇਗਾ। ਤੁਸੀਂ ਸਾਰੇ ਬੱਚੇ ਆਪਣੀਆਂ ਕਾਪੀਜ਼ ਔਰ ਪੈਨਸ ਲੈ ਕੇ ਜ਼ਰੂਰੀ ਪੁਆਇੰਟਸ ਨੋਟ ਡਾਊਨ ਕਰੋ ਤਾਂ ਜੋ ਇਸ ਪੀਪੀਟੀ ਦੇ ਐਂਡ ਵਿੱਚ ਜਿਹੜਾ ਅਭਿਆਸ ਹੈ ਉਸ ਨੂੰ ਆਰਾਮ ਨਾਲ ਅਤੇ ਸਹੀ ਤਰੀਕੇ ਦੇ ਨਾਲ ਸੋਲਵ ਕਰ ਪਾਓ। ਪਿਆਰੇ ਬੱਚਿਓ, ਤੁਸੀਂ ਟਾਈਪਿੰਗ ਟਿਊਟਰ ਪਹਿਲੇ ਭਾਗ ਵਿੱਚ ਟੱਚ ਟਾਈਪਿੰਗ, ਕੀਬੋਰਡ ਤੇ ਉਂਗਲਾਂ ਦੀ ਸਥਿਤੀ, ਹੋਮ ਰੋ, ਦੂਜੀ ਰੋ, ਤੀਜੀ ਰੋ ਉੱਤੇ ਉਂਗਲਾਂ ਦੀ ਸਥਿਤੀ ਬਾਰੇ ਪੜ੍ਹ ਚੁੱਕੇ ਹੋ। ਫਿਰ ਵੀ ਅੱਗੇ ਵਧਣ ਤੋਂ ਪਹਿਲਾਂ ਮੈਂ ਕੁਝ ਟੌਪਿਕਸ ਦੀ ਦੁਹਰਾਈ ਕਰਵਾਉਣਾ ਚਾਹਾਂਗੀ। ਸਭ ਤੋਂ ਪਹਿਲਾਂ ਅਸੀਂ ਡਿਸਕਸ ਕਰਾਂਗੇ ਕਿ ਟੱਚ ਟਾਈਪਿੰਗ ਕੀ ਹੈ। ਟੱਚ ਟਾਈਪਿੰਗ ਇੱਕ ਅਜਿਹੀ ਤਕਨੀਕ ਹੈ ਜਿਸ ਰਾਹੀਂ ਬਿਨਾਂ ਕੀਬੋਰਡ ਨੂੰ ਦੇਖੇ ਆਪਣੀਆਂ ਸਾਰੀਆਂ ਉਂਗਲੀਆਂ ਦੀ ਵਰਤੋਂ ਕਰਕੇ ਅਸੀਂ ਟਾਈਪਿੰਗ ਕਰਨੀ ਸਿੱਖ ਸਕਦੇ ਹਾਂ। ਇਸ ਦਾ ਮਤਲਬ ਹੈ ਕਿ ਸਾਡਾ ਧਿਆਨ ਸਕਰੀਨ ਤੇ ਜਾਂ ਫਿਰ ਕਾਪੀ ਜਿਸ ਤੋਂ ਅਸੀਂ ਅੱਖਰਾਂ ਨੂੰ ਪੜ੍ਹ ਕੇ ਟਾਈਪ ਕਰਨਾ ਹੈ ਉਸ ਉੱਤੇ ਹੀ ਹੋਣਾ ਚਾਹੀਦਾ ਹੈ। ਕੀਬੋਰਡ ਤੇ ਅਸੀਂ ਕਿਸੇ ਵੀ ਹਾਲਤ ਵਿੱਚ ਨਹੀਂ ਵੇਖਣਾ। ਕੋਈ ਵੀ ਅੱਖਰ ਟਾਈਪ ਕਰਕੇ ਉਸ ਨੂੰ ਆਪਣੇ ਮਨ ਵਿੱਚ ਦੁਹਰਾਉਣਾ ਹੈ ਤਾਂ ਜੋ ਇਹ ਸਾਡੀ ਯਾਦ ਸ਼ਕਤੀ ਵਿੱਚ ਸੇਵ ਹੋ ਜਾਵੇ। ਬਾਰ-ਬਾਰ ਅਭਿਆਸ ਕਰਨ ਨਾਲ ਅਸੀਂ ਕੀਬੋਰਡ ਨੂੰ ਬਿਨਾਂ ਵੇਖੇ ਜਲਦੀ ਟਾਈਪ ਕਰਨਾ ਸਿੱਖ ਜਾਵਾਂਗੇ। ਇਸੇ ਨੂੰ ਹੀ ਟੱਚ ਟਾਈਪਿੰਗ ਕਿਹਾ ਜਾਂਦਾ ਹੈ। ਟਾਈਪਿੰਗ ਸਿੱਖਣ ਲਈ ਸਭ ਤੋਂ ਮਹੱਤਵਪੂਰਨ ਹੈ ਕੀਬੋਰਡ ਉੱਤੇ ਤੁਹਾਡੀਆਂ ਉਂਗਲਾਂ ਦੀ ਸਥਿਤੀ। ਕੀਬੋਰਡ ਦੀਆਂ 4 ਲਾਈਨਾਂ ਹੁੰਦੀਆਂ ਹਨ। ਦੋਹਾਂ ਹੱਥਾਂ ਦੀਆਂ ਉਂਗਲਾਂ ਨੂੰ A ਤੋਂ ਸ਼ੁਰੂ ਹੋਣ ਵਾਲੀ ਲਾਈਨ, ਜਿਵੇਂ ਕਿ ਤੁਸੀਂ ਵੇਖ ਰਹੇ ਹੋ ASDFG HJKL, ਇਸ ਲਾਈਨ ਦੇ ਉੱਤੇ ਆਪਣੇ ਦੋਹਾਂ ਹੱਥਾਂ ਦੀਆਂ ਉਂਗਲਾਂ ਨੂੰ ਟਿਕਾਓ। ਉੱਪਰਲੀ ਜਾਂ ਹੇਠਲੀ ਲਾਈਨ ਦੀ ਕਿਸੇ ਕੀ ਨੂੰ ਦਬਾਉਣ ਉਪਰੰਤ ਉਂਗਲਾਂ ਫੇਰ ਇਸੇ ਲਾਈਨ ਤੇ ਵਾਪਸ ਲੈ ਆਓ। ਇਸੇ ਲਈ ਇਸ ਲਾਈਨ ਨੂੰ ਹੋਮ ਰੋ ਵੀ ਕਿਹਾ ਜਾਂਦਾ ਹੈ ਕਿਉਂਕਿ ਅਸੀਂ ਟਾਈਪਿੰਗ ਕਰਦੇ ਸਮੇਂ ਆਪਣੀਆਂ ਉਂਗਲਾਂ ਨੂੰ ਇਸੇ ਹੋਮ ਰੋ ਦੇ ਉੱਤੇ ਟਿਕਾ ਕੇ ਰੱਖਦੇ ਹਾਂ ਅਤੇ ਜ਼ਰੂਰਤ ਪੈਣ ਤੇ ਉੱਪਰ ਵਾਲੀ ਲਾਈਨ ਅਤੇ ਨੀਚੇ ਵਾਲੀ ਲਾਈਨ ਤੇ ਆਪਣੀਆਂ ਉਂਗਲਾਂ ਨੂੰ ਮੂਵ ਕਰ ਸਕਦੇ ਹਾਂ, ਪਰ ਵਾਪਸ ਅਸੀਂ ਆਪਣੇ ਹੋਮ ਰੋ ਦੇ ਉੱਤੇ ਹੀ ਉਂਗਲਾਂ ਨੂੰ ਲੈ ਕੇ ਆਉਣਾ ਹੈ। ਟਾਈਪਿੰਗ ਸਿੱਖਣ ਲਈ ਸਾਨੂੰ ਕੁਝ ਨਿਯਮ ਜਾਣਨੇ ਬਹੁਤ ਜ਼ਰੂਰੀ ਹਨ, ਜਿਵੇਂ ਕਿ ਹੋਮ ਰੋ ਉੱਤੇ ਉਂਗਲਾਂ ਦੀ ਸਥਿਤੀ ਕਿਸ ਤਰ੍ਹਾਂ ਹੁੰਦੀ ਹੈ। ਖੱਬੇ ਹੱਥ ਦੀ ਛੋਟੀ ਉਂਗਲੀ A ਤੇ, ਤੀਸਰੀ ਉਂਗਲੀ S ਤੇ, ਦੂਸਰੀ ਉਂਗਲੀ D ਤੇ ਅਤੇ ਪਹਿਲੀ ਉਂਗਲੀ F ਕੀ ਤੇ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਸੱਜੇ ਹੱਥ ਦੀ ਚੌਥੀ ਉਂਗਲੀ ਕੋਲਨ ਜਾਂ ਸੈਮੀਕੋਲਨ, ਤੀਸਰੀ ਉਂਗਲੀ L, ਦੂਜੀ K ਅਤੇ ਪਹਿਲੀ ਉਂਗਲੀ J ਉੱਤੇ ਹੋਣੀ ਚਾਹੀਦੀ ਹੈ। ਸਹੀ ਟਾਈਪਿੰਗ ਕਰਨ ਵਾਸਤੇ ਇਹਨਾਂ ਨਿਯਮਾਂ ਨੂੰ ਫੋਲੋ ਕਰਨਾ ਬਹੁਤ ਜ਼ਰੂਰੀ ਹੈ।
ਹੁਣ ਅਸੀਂ ਦੂਜੀ ਰੋ ਉੱਤੇ ਉਂਗਲਾਂ ਦੀ ਸਥਿਤੀ ਨੂੰ ਜਾਣਾਂਗੇ। ਇਸੇ ਤਰ੍ਹਾਂ ਖੱਬੇ ਹੱਥ ਦੀ ਛੋਟੀ ਉਂਗਲੀ Q ਤੇ, ਰਿੰਗ ਫਿੰਗਰ W ਤੇ, ਵਿਚਲੀ ਉਂਗਲ E ਤੇ ਅਤੇ ਇੰਡੈਕਸ ਉਂਗਲ, ਜਿਹਨੂੰ ਕਿ ਅਸੀਂ ਪਹਿਲੀ ਉਂਗਲੀ ਕਹਿੰਦੇ ਹਾਂ, R ਜਾਂ T ਤੇ ਹੋਣੀ ਚਾਹੀਦੀ ਹੈ। ਸੱਜੇ ਹੱਥ ਦੀ ਲਿਟਲ ਫਿੰਗਰ P ਤੇ, ਰਿੰਗ ਫਿੰਗਰ O ਤੇ, ਮਿਡਲ ਫਿੰਗਰ I ਤੇ ਇੰਡੈਕਸ ਫਿੰਗਰ U ਜਾਂ Y ਤੇ ਹੋਣੀ ਚਾਹੀਦੀ ਹੈ। ਬੱਚੋ, ਜਿਵੇਂ ਕਿ ਅਸੀਂ ਗੱਲ ਕੀਤੀ ਹੈ ਕਿ ਸਾਡੀਆਂ ਫਿੰਗਰਸ ਦੀ ਪੋਜੀਸ਼ਨ, ਜਿਸ ਨੂੰ ਅਸੀਂ ਉਂਗਲਾਂ ਦੀ ਸਥਿਤੀ ਵੀ ਕਹਿੰਦੇ ਹਾਂ, ਉਹ ਹੋਮ ਰੋ ਤੇ ਹੀ ਹੋਣੀ ਚਾਹੀਦੀ ਹੈ। ਹੋਮ ਰੋ ਤੋਂ ਅਸੀਂ ਦੂਜੀ ਜਾਂ ਤੀਜੀ ਰੋ ਤੱਕ ਪਹੁੰਚ ਕਰਾਂਗੇ ਅਤੇ ਫਿਰ ਵਾਪਸ ਆਪਣੀਆਂ ਫਿੰਗਰਸ ਨੂੰ ਹੋਮ ਰੋ ਤੇ ਹੀ ਰੈਸਟਿੰਗ ਪੋਜੀਸ਼ਨ ਵਿੱਚ ਲੈ ਆਵਾਂਗੇ। ਹੁਣ ਅਸੀਂ ਤੀਜੀ ਰੋ ਉੱਤੇ ਉਂਗਲਾਂ ਦੀ ਸਥਿਤੀ ਨੂੰ ਜਾਣਾਂਗੇ। ਖੱਬੇ ਹੱਥ ਦੀ ਲਿਟਲ ਫਿੰਗਰ Z ਤੇ, ਰਿੰਗ ਫਿੰਗਰ X ਤੇ, ਮਿਡਲ ਫਿੰਗਰ C ਤੇ ਅਤੇ ਇੰਡੈਕਸ ਫਿੰਗਰ V ਜਾਂ B ਤੇ ਹੋਣੀ ਚਾਹੀਦੀ ਹੈ ਅਤੇ ਸੱਜੇ ਹੱਥ ਦੀ ਲਿਟਲ ਫਿੰਗਰ ਸਲੈਸ਼ ਤੇ, ਰਿੰਗ ਫਿੰਗਰ ਡਾਟ ਤੇ, ਮਿਡਲ ਫਿੰਗਰ ਕੋਮਾ ਤੇ ਅਤੇ ਇੰਡੈਕਸ ਫਿੰਗਰ M ਜਾਂ N ਤੇ ਹੋਣੀ ਚਾਹੀਦੀ ਹੈ। ਸਹੀ ਟਾਈਪਿੰਗ ਕਰਨ ਲਈ ਇਹਨਾਂ ਨਿਯਮਾਂ ਦੀ ਪਾਲਣਾ ਅਤੀ ਜ਼ਰੂਰੀ ਹੈ। ਹੁਣ ਅਸੀਂ ਟਾਈਪਿੰਗ ਟਿਊਟਰ ਭਾਗ 2 ਦੇ ਵਿੱਚ ਜੋ ਚੀਜ਼ਾਂ ਡਿਸਕਸ ਕਰਾਂਗੇ ਉਹ ਹਨ: ਅਨਮੋਲ ਲਿਪੀ ਵਿੱਚ ਟਾਈਪਿੰਗ ਕਰਨ ਦੇ ਨਿਯਮ, ਟਾਈਪਿੰਗ ਕਰਦੇ ਸਮੇਂ ਬੈਠਣ ਦਾ ਤਰੀਕਾ, ਟਾਈਪਿੰਗ ਕਰਦੇ ਸਮੇਂ ਤਣਾਅ ਅਤੇ ਬੇਆਰਾਮੀ ਤੋਂ ਬਚਣ ਦਾ ਤਰੀਕਾ, ਟਾਈਪਿੰਗ ਕਰਦੇ ਸਮੇਂ ਧਿਆਨ ਰੱਖਣ ਯੋਗ ਗੱਲਾਂ, ਟਾਈਪਿੰਗ ਸਪੀਡ ਨੂੰ ਵਧਾਉਣ ਦਾ ਤਰੀਕਾ ਅਤੇ ਨਾਲ ਹੀ ਅਸੀਂ ਇਸ ਪਾਠ ਨਾਲ ਸੰਬੰਧਿਤ ਉਸਦਾ ਅਭਿਆਸ ਵੀ ਡਿਸਕਸ ਕਰਾਂਗੇ। ਹੁਣ ਅਸੀਂ ਅੱਗੇ ਚੱਲਦੇ ਹਾਂ। ਆਓ ਹੁਣ ਅਸੀਂ ਅਨਮੋਲ ਲਿਪੀ ਕੀ ਮੈਪ ਬਾਰੇ ਜਾਣਕਾਰੀ ਹਾਸਿਲ ਕਰੀਏ। ਅਨਮੋਲ ਲਿਪੀ ਦੀ ਵਰਤੋਂ ਤੁਸੀਂ ਪੰਜਾਬੀ ਵਿੱਚ ਟਾਈਪ ਕਰਨ ਲਈ ਕਰ ਸਕਦੇ ਹੋ। ਤੁਹਾਨੂੰ ਸਿਰਫ ਫੌਂਟ ਬਦਲਣ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਕੋਈ ਵੱਖਰਾ ਕੀਬੋਰਡ ਇਸਤੇਮਾਲ ਨਹੀਂ ਕੀਤਾ ਜਾਂਦਾ। ਦਿੱਤੇ ਹੋਏ ਕੀ ਮੈਪ, ਜੋ ਕਿ ਤੁਹਾਡੇ ਸਾਹਮਣੇ ਦਰਸਾਇਆ ਵੀ ਗਿਆ ਹੈ, ਇਸ ਕੀ ਮੈਪ ਦੀ ਵਰਤੋਂ ਕਰਦੇ ਹੋਏ ਤੁਸੀਂ ਆਸਾਨੀ ਨਾਲ ਅਨਮੋਲ ਲਿਪੀ ਵਿੱਚ ਟਾਈਪ ਕਰ ਸਕਦੇ ਹੋ। ਇਸ ਵਿੱਚ ਟਾਈਪ ਕਰਨਾ ਬਹੁਤ ਹੀ ਸੌਖਾ ਹੈ, ਕਿਉਂਕਿ ਦਿੱਤੇ ਹੋਏ ਅੰਗਰੇਜ਼ੀ ਦੇ ਅੱਖਰਾਂ ਦੀ ਪ੍ਰੋਨੰਸੀਏਸ਼ਨ ਨਾਲ ਮਿਲਦੇ ਪੰਜਾਬੀ ਦੇ ਅੱਖਰ ਟਾਈਪ ਹੋ ਜਾਂਦੇ ਹਨ। ਜਿਵੇਂ ਅੰਗਰੇਜ਼ੀ ਐਲਫਾਬੈਟ G ਨਾਲ ਗ ਜਾਂ ਕ ਟਾਈਪ ਹੁੰਦਾ ਹੈ। ਕ ਟਾਈਪ ਕਰਨ ਲਈ Shift+G ਟੈਬ ਨੂੰ ਪ੍ਰੈਸ ਕਰੋ। ਉਸੇ ਤਰ੍ਹਾਂ J ਅੱਖਰ ਨਾਲ ਜ ਜਾਂ ਚ ਟਾਈਪ ਹੋ ਸਕਦਾ ਹੈ। ਧਿਆਨ ਦੇਣ ਦੀ ਜ਼ਰੂਰਤ ਹੈ, ਅਭਿਆਸ ਕਰਨ ਦੇ ਨਾਲ ਅਸੀਂ ਅੱਖਰਾਂ ਨੂੰ ਬਿਨਾਂ ਵੇਖੇ ਹੀ ਪੰਜਾਬੀ ਟਾਈਪਿੰਗ ਸਿੱਖ ਸਕਦੇ ਹਾਂ। ਹੁਣ ਅਸੀਂ ਅਨਮੋਲ ਲਿਪੀ ਵਿੱਚ ਟਾਈਪਿੰਗ ਬਾਰੇ ਸਿੱਖਾਂਗੇ। ਪਹਿਲਾਂ ਮੈਂ ਅੰਗਰੇਜ਼ੀ ਦੇ ਕੁਝ ਅੱਖਰ ਲਿਖਾਂਗੀ। ਉਸ ਲਈ ਮੈਂ ਏਰੀਅਲ ਫੌਂਟ ਤੇ ਉਸਦਾ ਸਾਈਜ਼ 16 ਸੈੱਟ ਕੀਤਾ ਹੈ। ਜਿਵੇਂ A, B,
C, D ਅਤੇ E। ਇਹ ਸਾਰੇ ਅਲਫਾਬੈਟਸ ਸਮਾਲ ਲੈਟਰਸ 'ਚ ਨੇ ਜੋ ਬਿਨਾਂ ਸ਼ਿਫਟ ਕੀ ਤੋਂ ਦਬਾਏ ਗਏ ਹਨ। ਹੁਣ ਮੈਂ ਆਪਣੇ ਫੌਂਟ ਨੂੰ ਅਨਮੋਲ ਲਿਪੀ ਤੇ ਸੈੱਟ ਕਰਾਂਗੀ, ਜਿਵੇਂ ਕਿ ਤੁਸੀਂ ਦੇਖ ਰਹੇ ਹੋ। ਹੁਣ ਜੇ ਮੈਂ A ਪ੍ਰੈਸ ਕਰਾਂਗੀ ਤਾਂ ਊੜਾ, B ਪ੍ਰੈਸ ਕਰਨ ਤੇ ਬ, C ਪ੍ਰੈਸ ਕਰਨ ਤੇ ਚ, D ਪ੍ਰੈਸ ਕਰਨ ਤੇ ਦ, E ਪ੍ਰੈਸ ਕਰਨ ਤੇ ਈੜੀ ਅਤੇ F ਪ੍ਰੈਸ ਕਰਨ ਤੇ ਡ ਪਏਗਾ। ਹੁਣ ਅਸੀਂ ਦੇਖਾਂਗੇ ਕਿ ਅੰਗਰੇਜ਼ੀ ਦੇ ਕੈਪੀਟਲ ਲੈਟਰਸ ਜਿਹਨੂੰ ਅਸੀਂ ਸ਼ਿਫਟ ਦੇ ਨਾਲ ਨੱਪ ਕੇ ਲਿਖਦੇ ਹਾਂ, ਟਾਈਪ ਕਰਦੇ ਹਾਂ, ਜਿਵੇਂ ਕਿ ਹੁਣ ਦੇਖੋ ਏਰੀਅਲ ਫੌਂਟ ਦੇ ਵਿੱਚ ਮੈਂ ਕੈਪਸ ਲੌਕ ਔਨ ਜਾਂ ਸ਼ਿਫਟ ਦਬਾ ਕੇ A, B, C, D, E ਅਤੇ F ਪ੍ਰੈਸ ਕਰਾਂਗੀ। ਉਸ ਤੋਂ ਬਾਅਦ ਅਸੀਂ ਆਪਣਾ ਫੌਂਟ ਅਨਮੋਲ ਲਿਪੀ ਤੇ ਚੇਂਜ ਕਰਾਂਗੇ। ਇਸ ਨੂੰ ਸੈੱਟ ਕਰਨ ਤੋਂ ਬਾਅਦ ਅਸੀਂ ਸ਼ਿਫਟ ਨੱਪ ਕੇ A ਲਿਖਾਂਗੇ ਤਾਂ ਐੜਾ, ਸ਼ਿਫਟ B ਦੇ ਨਾਲ ਪ, ਸ਼ਿਫਟ C ਦੇ ਨਾਲ ਛ ਤੇ ਸ਼ਿਫਟ D ਦੇ ਨਾਲ ਤ, ਸ਼ਿਫਟ E ਦੇ ਨਾਲ ਔ ਤੇ ਸ਼ਿਫਟ F ਦੇ ਨਾਲ ਟ ਪਏਗਾ। ਇਸ ਤਰ੍ਹਾਂ ਅਸੀਂ ਅਨਮੋਲ ਲਿਪੀ ਵਿੱਚ ਟਾਈਪਿੰਗ ਸਿੱਖ ਸਕਦੇ ਹਾਂ ਆਸਾਨੀ ਨਾਲ। ਇਸ ਨੂੰ ਆਪਣੇ ਮਨ ਵਿੱਚ ਦੁਹਰਾਓ ਤਾਂ ਜੋ ਅਭਿਆਸ ਦੇ ਨਾਲ ਤੁਹਾਨੂੰ ਇਸ ਦੀ ਪ੍ਰੈਕਟਿਸ ਹੋ ਜਾਵੇ। ਅਨਮੋਲ ਲਿਪੀ ਵਿੱਚ ਟਾਈਪਿੰਗ ਦੇ ਸਮੇਂ ਕਈ ਵਾਰ ਮਾਤਰਾਵਾਂ ਨੂੰ ਟਾਈਪ ਕਰਨ ਵਿੱਚ ਥੋੜੀ ਮੁਸ਼ਕਿਲ ਆਉਂਦੀ ਹੈ। ਹੁਣ ਅਸੀਂ ਅਨਮੋਲ ਲਿਪੀ ਵਿੱਚ ਮਾਤਰਾਵਾਂ ਦੀ ਟਾਈਪਿੰਗ ਦੇ ਟੌਪਿਕ ਨੂੰ ਡਿਸਕਸ ਕਰਾਂਗੇ ਤਾਂ ਜੋ ਟਾਈਪਿੰਗ ਦੇ ਵਿੱਚ ਕੋਈ ਸਮੱਸਿਆ ਨਾ ਆਵੇ। ਹੁਣ ਅਸੀਂ ਮਾਤਰਾਵਾਂ ਦੀ ਟਾਈਪਿੰਗ ਦੀ ਪ੍ਰੈਕਟਿਸ ਕਰਾਂਗੇ। ਪਹਿਲਾਂ ਮੈਂ ਫੌਂਟ ਨੂੰ ਏਰੀਅਲ ਔਰ ਸਾਈਜ਼ ਨੂੰ 18 ਵਿੱਚ ਸੈੱਟ ਕੀਤਾ ਹੈ ਤਾਂ ਜੋ ਮੈਂ ਤੁਹਾਨੂੰ ਅੰਗਰੇਜ਼ੀ ਦੇ ਅਲਫਾਬੈਟਸ ਦੱਸ ਸਕਾਂ। Y, U, I, O ਬਿਨਾਂ ਸ਼ਿਫਟ ਦੇ ਸਮਾਲ ਲੈਟਰਸ ਨੇ, ਇਹਨਾਂ ਨੂੰ ਅਸੀਂ ਸਿੰਪਲ ਟਾਈਪ ਕੀਤਾ ਹੈ। ਉਸ ਤੋਂ ਬਾਅਦ ਅਨਮੋਲ ਲਿਪੀ ਦੇ ਵਿੱਚ ਅਸੀਂ ਆਪਣਾ ਫੌਂਟ ਸੈੱਟ ਕਰਕੇ Y ਪ੍ਰੈਸ ਕਰਾਂਗੇ ਤਾਂ ਲਾਂ, ਜੇ ਅਸੀਂ U ਪ੍ਰੈਸ ਕਰਾਂਗੇ ਤਾਂ ਔਂਕੜ, I ਪ੍ਰੈਸ ਕਰਾਂਗੇ ਤਾਂ ਸਿਹਾਰੀ ਤੇ O ਪ੍ਰੈਸ ਕਰਾਂਗੇ ਤਾਂ ਹੌੜਾ ਟਾਈਪ ਹੋਵੇਗਾ। ਇਸੇ ਤਰ੍ਹਾਂ ਹੀ ਮੈਂ ਦੁਬਾਰਾ ਤੋਂ ਆਪਣੇ ਫੌਂਟ ਨੂੰ ਇੰਗਲਿਸ਼ 'ਚ ਏਰੀਅਲ ਫੌਂਟ ਵਿੱਚ ਸੈੱਟ ਕਰਾਂਗੀ ਤੇ ਸ਼ਿਫਟ ਨੱਪ ਕੇ Y ਡਾਲਾਂਗੀ ਤਾਂ ਕੈਪੀਟਲ Y, ਕੈਪੀਟਲ U, ਕੈਪੀਟਲ I ਤੇ ਕੈਪੀਟਲ O ਆਏਗਾ। ਫਿਰ ਅਸੀਂ ਅਨਮੋਲ ਲਿਪੀ 'ਚ ਆਪਣਾ ਫੌਂਟ ਸੈੱਟ ਕਰਾਂਗੇ ਅਤੇ ਦੇਖਾਂਗੇ ਕਿ ਇਹ ਸੇਮ ਅੱਖਰਾਂ ਦੇ ਵਿੱਚ ਕਿਹੜੀਆਂ ਮਾਤਰਾਵਾਂ ਟਾਈਪ ਹੁੰਦੀਆਂ ਨੇ। ਸ਼ਿਫਟ Y ਨਾਲ ਦੁਲਾਵਾਂ, ਸ਼ਿਫਟ U ਨਾਲ ਦੁਲੈਂਕੜ, ਸ਼ਿਫਟ I ਨਾਲ ਬਿਹਾਰੀ ਤੇ ਸ਼ਿਫਟ O ਦੇ ਨਾਲ ਕਨੌੜਾ ਟਾਈਪ ਹੁੰਦਾ ਹੈ। ਹੁਣ ਮੈਂ ਏਰੀਅਲ ਫੌਂਟ ਦੁਬਾਰਾ ਤੋਂ ਸੈੱਟ ਕੀਤਾ ਹੈ ਤੇ ਟਾਈਪ ਕਰਾਂਗੀ ਸ਼ਿਫਟ N, ਸ਼ਿਫਟ M ਅਤੇ ਟਿਲਡ ਕਰੈਕਟਰ। ਇਹ ਐਸਕੇਪ ਕੀ ਦੇ ਨੀਚੇ ਜਿਹੜੀ ਕੀ ਹੁੰਦੀ ਹੈ, ਟਿਲਡ ਕਰੈਕਟਰ ਟਾਈਪ ਕਰਨ ਲਈ ਇਸਤੇਮਾਲ ਹੁੰਦੀ ਹੈ। ਹੁਣ ਅਨਮੋਲ ਲਿਪੀ ਫੌਂਟ ਸੈੱਟ ਕਰਕੇ ਮੈਂ ਸ਼ਿਫਟ N ਪ੍ਰੈਸ ਕੀਤਾ ਤਾਂ ਬਿੰਦੀ ਟਾਈਪ ਹੋਈ। ਸ਼ਿਫਟ M ਪ੍ਰੈਸ ਕਰਨ ਦੇ ਨਾਲ ਟਿੱਪੀ ਅਤੇ ਟਿਲਡ ਕਰੈਕਟਰ ਦੇ ਨਾਲ ਅੱਧਕ ਟਾਈਪ ਹੋਇਆ। ਇਹ ਸਾਰੀਆਂ ਮਾਤਰਾਵਾਂ ਸਿੱਖਣ ਵਾਸਤੇ ਸਾਨੂੰ ਇਸ ਟਾਈਪਿੰਗ ਦੀ ਜ਼ਰੂਰਤ, ਇਸ ਅਭਿਆਸ ਦੀ ਜ਼ਰੂਰਤ ਪਵੇਗੀ। ਟਾਈਪਿੰਗ ਕਰਦੇ ਸਮੇਂ
ਬੈਠਣ ਦਾ ਸਹੀ ਤਰੀਕਾ। ਜਿਵੇਂ ਕਿ ਦਰਸਾਇਆ ਗਿਆ ਹੈ, ਸਾਨੂੰ ਬਿਲਕੁਲ ਸਿੱਧੇ ਬੈਠਣਾ ਚਾਹੀਦਾ ਹੈ। ਕੀਬੋਰਡ ਦੇ ਬਿਲਕੁਲ ਸਾਹਮਣੇ ਬੈਠਣਾ ਚਾਹੀਦਾ ਹੈ। ਸਾਡੇ ਪੈਰ ਜ਼ਮੀਨ ਉੱਤੇ ਸਿੱਧੇ ਹੋਣੇ ਚਾਹੀਦੇ ਹਨ ਤਾਂ ਜੋ ਬੇਆਰਾਮੀ ਨਾ ਮਹਿਸੂਸ ਹੋਵੇ। ਮੋਨੀਟਰ ਸਾਡੀਆਂ ਅੱਖਾਂ ਦੇ ਸਾਹਮਣੇ ਅਤੇ ਬਰਾਬਰ ਹੋਣਾ ਚਾਹੀਦਾ ਹੈ। ਸਾਨੂੰ ਕੀਜ਼ ਨੂੰ ਜਲਦੀ ਨਾਲ ਦਬਾ ਕੇ ਵਾਪਸ ਹੋਮ ਰੋ ਉੱਤੇ ਜਾਣਾ ਚਾਹੀਦਾ ਹੈ। ਸਾਡੀ ਨਜ਼ਰ ਮੋਨੀਟਰ ਜਾਂ ਕਾਪੀ ਤੇ ਹੋਣੀ ਚਾਹੀਦੀ ਹੈ। ਟਾਈਪਿੰਗ ਕਰਦੇ ਸਮੇਂ ਕੁਝ ਮਹੱਤਵਪੂਰਨ ਗੱਲਾਂ। ਆਪਣੇ ਕੰਪਿਊਟਰ ਦੇ ਸਾਹਮਣੇ ਸਹੀ ਢੰਗ ਨਾਲ ਬੈਠੋ। ਸਾਡੀ ਸਕਰੀਨ ਸਾਡੇ ਤੋਂ 2 ਫੁੱਟ ਦੂਰ ਹੋਣੀ ਚਾਹੀਦੀ ਹੈ ਅਤੇ ਸਾਡੀ ਕਾਪੀ ਸਾਡੀਆਂ ਅੱਖਾਂ ਦੇ ਸਾਹਮਣੇ ਹੋਣੀ ਚਾਹੀਦੀ ਹੈ। ਜੇਕਰ ਕੁਰਸੀ ਤੇ ਬੈਠ ਕੇ ਸਾਡੇ ਗੋਡੇ 90 ਡਿਗਰੀ ਤੇ ਮੁੜੇ ਹੋਏ ਹਨ ਅਤੇ ਸਾਡੇ ਪੈਰ ਜ਼ਮੀਨ ਤੇ ਸਿੱਧੇ ਹਨ ਤਾਂ ਸਾਡੀ ਕੁਰਸੀ ਦੀ ਉਚਾਈ ਬਿਲਕੁਲ ਸਹੀ ਹੈ। ਆਪਣੇ ਕੀਬੋਰਡ ਨੂੰ ਇਸ ਤਰ੍ਹਾਂ ਸੈੱਟ ਕਰੋ ਕਿ ਉਹ ਬਿਲਕੁਲ ਸਿੱਧਾ ਅਤੇ ਪਿੱਛੋਂ ਹਲਕਾ ਜਿਹਾ ਉੱਠਿਆ ਹੋਵੇ। ਆਪਣੇ ਕੀਬੋਰਡ ਨੂੰ ਹੇਠਾਂ ਵੱਲ ਝੁਕਿਆ ਹੋਇਆ ਨਾ ਰੱਖੋ। ਟਾਈਪਿੰਗ ਕਰਦੇ ਸਮੇਂ ਆਪਣੇ ਗੁੱਟਾਂ ਨੂੰ ਸਿੱਧੇ ਰੱਖੋ ਅਤੇ ਕੂਹਣੀਆਂ ਨੂੰ 90 ਡਿਗਰੀ ਦੇ ਐਂਗਲ ਤੇ ਮੋੜੋ। ਟਾਈਪਿੰਗ ਕਰਦੇ ਸਮੇਂ ਸਾਡੇ ਗੁੱਟ ਟੇਬਲ ਉੱਤੇ ਟਿਕੇ ਨਹੀਂ ਹੋਣੇ ਚਾਹੀਦੇ। ਜਦੋਂ ਅਸੀਂ ਟਾਈਪਿੰਗ ਨਹੀਂ ਕਰ ਰਹੇ ਤਾਂ ਸਾਨੂੰ ਆਪਣੇ ਗੁੱਟਾਂ ਨੂੰ ਆਰਾਮ ਦੇਣਾ ਚਾਹੀਦਾ ਹੈ। ਟਾਈਪਿੰਗ ਦੌਰਾਨ ਇੱਕ ਵੱਡੇ ਅੰਤਰਾਲ ਦੀ ਜਗ੍ਹਾ ਥੋੜ੍ਹੇ ਸਮੇਂ ਲਈ ਆਰਾਮ ਕਰੋ। ਕੰਮ ਸ਼ੁਰੂ ਕਰਨ ਤੋਂ ਪਹਿਲਾਂ ਅਤੇ ਅੰਤਰਾਲ ਦੌਰਾਨ ਆਪਣੀਆਂ ਬਾਹਾਂ ਨੂੰ ਖਿੱਚੋ ਅਤੇ ਆਪਣੀਆਂ ਬਾਹਾਂ ਨੂੰ ਕਸਰਤ ਨਾਲ ਮਜ਼ਬੂਤ ਬਣਾਓ। ਰੋਜ਼ਾਨਾ ਕਸਰਤ ਕਰੋ। ਇਸ ਨਾਲ ਸਾਡਾ ਸਰੀਰ ਟਾਈਪਿੰਗ ਕਰਨ ਉਪਰੰਤ ਹੋਣ ਵਾਲੇ ਤਣਾਅ ਤੋਂ ਬਚਣ ਵਿੱਚ ਮਦਦ ਕਰਦਾ ਹੈ। ਟਾਈਪਿੰਗ ਕਰਦੇ ਸਮੇਂ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਸਾਨੂੰ ਤਣਾਅ ਅਤੇ ਬੇਆਰਾਮੀ ਮਹਿਸੂਸ ਨਾ ਹੋਵੇ। ਜਿਵੇਂ ਕਿ ਅਸੀਂ ਹੁਣੇ ਟਾਈਪਿੰਗ ਕਰਨ ਦੇ ਸਮੇਂ ਮਹੱਤਵਪੂਰਨ ਗੱਲਾਂ ਨੂੰ ਡਿਸਕਸ ਕੀਤਾ ਹੈ, ਉਸ ਨਾਲ ਸੰਬੰਧਿਤ ਕੁਝ ਫੋਟੋਆਂ ਤੁਹਾਡੇ ਸਾਹਮਣੇ ਹਨ। ਇਹਨਾਂ ਫੋਟੋਆਂ ਦੇ ਵਿੱਚ ਸਾਫ਼ ਦਿਖਾਇਆ ਗਿਆ ਹੈ ਕਿ ਬੈਠਣ ਦਾ ਸਹੀ ਪੋਸਚਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਅਤੇ ਸਾਨੂੰ ਕਿਸੇ ਵੀ ਤਰੀਕੇ ਨਾਲ ਝੁਕ ਕੇ ਜਾਂ ਪਿੱਛੇ ਬੈਂਡ ਹੋ ਕੇ ਨਹੀਂ ਬੈਠਣਾ ਚਾਹੀਦਾ। ਸਾਡੀਆਂ ਨਜ਼ਰਾਂ ਕੀਬੋਰਡ ਦੇ ਉੱਤੇ ਸਿੱਧੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਪੈਰ ਵੀ ਜ਼ਮੀਨ ਦੇ ਉੱਤੇ ਸਿੱਧੇ ਟਿਕੇ ਹੋਣੇ ਚਾਹੀਦੇ ਹਨ ਤਾਂ ਜੋ ਟਾਈਪਿੰਗ ਕਰਦੇ ਸਮੇਂ ਹੋਣ ਵਾਲੇ ਤਣਾਅ ਅਤੇ ਬੇਆਰਾਮੀ ਤੋਂ ਬਚਿਆ ਜਾ ਸਕੇ। ਪਿਆਰੇ ਬੱਚਿਓ, ਹੁਣ ਮੈਂ ਟਾਈਪਿੰਗ ਸਪੀਡ ਨੂੰ ਵਧਾਉਣ ਲਈ ਕੁਝ ਹਦਾਇਤਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੀ। ਸਾਡੇ ਹੱਥ ਜਾਂ ਉਂਗਲਾਂ ਦੀ ਸਥਿਤੀ ਹਮੇਸ਼ਾ ਹੋਮ ਰੋ ਉੱਤੇ ਹੋਣੀ ਚਾਹੀਦੀ ਹੈ। ਸਾਨੂੰ ਹਮੇਸ਼ਾ ਇਸ ਸਥਿਤੀ ਤੋਂ ਸ਼ੁਰੂ ਕਰਨਾ ਅਤੇ ਵਾਪਸ ਆਉਣਾ ਚਾਹੀਦਾ ਹੈ। ਸਾਨੂੰ ਹੋਮ ਰੋ ਪੋਜੀਸ਼ਨ ਤੋਂ ਹੋਰਨਾਂ ਕੀਜ਼ ਤੱਕ ਪਹੁੰਚ ਕਰਨੀ ਚਾਹੀਦੀ ਹੈ। ਸਾਨੂੰ ਰਫ਼ਤਾਰ ਨਾਲੋਂ ਆਪਣਾ ਧਿਆਨ ਸਹੀ ਕੀ ਦਬਾਉਣ ਉੱਤੇ ਵੱਧ ਰੱਖਣਾ ਚਾਹੀਦਾ ਹੈ। ਰਫ਼ਤਾਰ ਸਮੇਂ ਅਤੇ ਅਭਿਆਸ ਨਾਲ ਆਪਣੇ ਆਪ ਆ ਜਾਵੇਗੀ। ਕੀਬੋਰਡ ਉੱਤੇ ਨਾ ਦੇਖੋ। ਲਗਾਤਾਰ ਆਰਾਮ ਨਾਲ ਅਤੇ ਸਹੀ ਟਾਈਪ ਕਰਨ ਵੱਲ ਧਿਆਨ ਰੱਖੋ। ਜਿਵੇਂ ਅਸੀਂ ਹਰ ਇੱਕ ਕੀ ਨੂੰ ਦਬਾਉਂਦੇ ਹਾਂ, ਸਾਨੂੰ ਉਹ ਅੱਖਰ ਆਪਣੇ ਮਨ ਵਿੱਚ ਦੁਹਰਾਉਣਾ ਚਾਹੀਦਾ ਹੈ, ਜਿਸ ਨਾਲ ਸਾਨੂੰ ਅੱਖਰਾਂ ਦੀ ਪਹਿਚਾਣ ਹੋਵੇਗੀ
ਅਤੇ ਟਾਈਪਿੰਗ ਕਰਨ ਵਿੱਚ ਸੌਖ ਹੋਵੇਗੀ। ਹੁਣ ਅਸੀਂ ਟਾਈਪਿੰਗ ਵਿੱਚ ਜ਼ਿਆਦਾ ਇਸਤੇਮਾਲ ਹੋਣ ਵਾਲੀਆਂ ਕੀਜ਼ ਜਿਵੇਂ ਕਿ ਐਂਟਰ ਕੀ, ਬੈਕਸਪੇਸ ਕੀ, ਸਪੇਸ ਬਾਰ ਅਤੇ ਨਿਊਮੈਰਿਕ ਕੀਪੈਡ ਬਾਰੇ ਜਾਣਕਾਰੀ ਹਾਸਿਲ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਡਿਸਕਸ ਕਰਾਂਗੇ ਐਂਟਰ ਕੀ। ਇਸ ਦੀ ਵਰਤੋਂ ਅਗਲੀ ਲਾਈਨ ਤੇ ਜਾਣ ਲਈ ਕੀਤੀ ਜਾਂਦੀ ਹੈ। ਜਿਵੇਂ ਅਸੀਂ ਟਾਈਪਿੰਗ ਕਰਦੇ ਹੋਏ ਇੱਕ ਲਾਈਨ ਲਿਖ ਲਈ ਹੈ ਤੇ ਅਸੀਂ ਅਗਲੀ ਲਾਈਨ ਵਿੱਚ ਜਾਣਾ ਚਾਹੁੰਦੇ ਹਾਂ ਤਾਂ ਅਸੀਂ ਐਂਟਰ ਕੀ ਦਬਾਵਾਂਗੇ ਤੇ ਸਾਡਾ ਕਰਸਰ ਅਗਲੀ ਲਾਈਨ ਵਿੱਚ ਚਲਾ ਜਾਵੇਗਾ ਤੇ ਅਸੀਂ ਉੱਥੋਂ ਟਾਈਪਿੰਗ ਸ਼ੁਰੂ ਕਰ ਸਕਦੇ ਹਾਂ। ਸਪੇਸ ਬਾਰ। ਸਪੇਸ ਬਾਰ ਇੱਕ ਬਹੁਤ ਮਹੱਤਵਪੂਰਨ ਕੀ ਹੈ। ਇਸ ਦਾ ਇਸਤੇਮਾਲ ਕਰਕੇ ਅਸੀਂ ਦੋ ਸ਼ਬਦਾਂ ਦੇ ਵਿਚਕਾਰ ਖਾਲੀ ਥਾਂ ਛੱਡ ਸਕਦੇ ਹਾਂ। ਜਿਵੇਂ ਕਿ ਤੁਹਾਡੇ ਸਾਹਮਣੇ ਹੀ ਪੰਜਾਬੀ ਦੇ ਕੁਝ ਅੱਖਰ ਲਿਖੇ ਗਏ ਹਨ। ਹਰ ਇੱਕ ਅੱਖਰ ਦਾ ਦੂਸਰੇ ਅੱਖਰ ਤੋਂ ਥੋੜੀ ਜਿਹੀ ਦੂਰੀ ਹੈ। ਇਸ ਦੂਰੀ ਨੂੰ ਬਣਾਉਣ ਲਈ ਸਪੇਸ ਬਾਰ ਦੀ ਵਰਤੋਂ ਕੀਤੀ ਗਈ ਹੈ। ਸਪੇਸ ਬਾਰ ਦਬਾਉਣ ਲਈ ਅਸੀਂ ਆਪਣੇ ਸੱਜੇ ਹੱਥ ਦੇ ਅੰਗੂਠੇ ਦੀ ਵਰਤੋਂ ਕਰਦੇ ਹਾਂ। ਕਈ ਵਾਰ ਟਾਈਪਿੰਗ ਕਰਦਿਆਂ ਹੋਇਆਂ ਸਾਡੇ ਤੋਂ ਕੋਈ ਗਲਤੀ ਹੋ ਜਾਂਦੀ ਹੈ। ਅਸੀਂ ਕੋਈ ਅੱਖਰ ਗਲਤ ਲਿਖ ਦਿੰਦੇ ਹਾਂ। ਉਸ ਸਮੇਂ ਅਸੀਂ ਬੈਕਸਪੇਸ ਕੀ ਦੀ ਵਰਤੋਂ ਕਰਕੇ ਉਸ ਅੱਖਰ ਨੂੰ ਮਿਟਾ ਸਕਦੇ ਹਾਂ। ਪਰ ਯਾਦ ਰੱਖੋ ਕਿ ਕਰਸਰ ਦੇ ਖੱਬੇ ਪਾਸੇ ਇੱਕ ਅੱਖਰ ਮਿਟਾਉਣ ਲਈ ਬੈਕਸਪੇਸ ਕੀ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਵਾਰ ਟਾਈਪਿੰਗ ਕਰਦਿਆਂ ਹੋਇਆਂ ਸਾਨੂੰ ਨੰਬਰਾਂ ਦੀ ਡਿਜਿਟਸ ਦੀ ਵਰਤੋਂ ਕਰਨੀ ਪੈਂਦੀ ਹੈ। ਇਹਨਾਂ ਡਿਜਿਟਸ ਨੂੰ ਟਾਈਪ ਕਰਨ ਲਈ ਅਸੀਂ ਨਿਊਮੈਰਿਕ ਕੀਪੈਡ ਦੀ ਵਰਤੋਂ ਕਰਦੇ ਹਾਂ, ਜੋ ਕਿ ਸਾਡੇ ਲੈਪਟਾਪ ਵਿੱਚ ਸੱਜੇ ਹੱਥ ਤੇ ਹੁੰਦਾ ਹੈ। ਅੰਕਾਂ ਨੂੰ ਦਾਖਲ ਕਰਵਾਉਣ ਲਈ ਬਹੁਤ ਹੀ ਪ੍ਰਭਾਵਸ਼ਾਲੀ ਤੇ ਤੇਜ਼ ਤਰੀਕਾ ਹੈ ਨਿਊਮੈਰਿਕ ਕੀਪੈਡ। ਆਪਣੀਆਂ ਉਂਗਲਾਂ ਨੂੰ ਨਿਊਮੈਰਿਕ ਕੀਪੈਡ ਉੱਤੇ ਹੇਠਾਂ ਲਿਖੇ ਅਨੁਸਾਰ ਰੱਖੋ। ਤੁਹਾਡੇ ਸੱਜੇ ਹੱਥ ਦਾ ਅੰਗੂਠਾ 0 ਉੱਤੇ, ਸੱਜੇ ਹੱਥ ਦੀ ਪਹਿਲੀ ਉਂਗਲ 4 ਉੱਤੇ, ਸੱਜੇ ਹੱਥ ਦੀ ਦੂਸਰੀ ਉਂਗਲ 5 ਉੱਤੇ ਅਤੇ ਸੱਜੇ ਹੱਥ ਦੀ ਤੀਜੀ ਉਂਗਲ 6 ਉੱਤੇ ਹੋਣੀ ਚਾਹੀਦੀ ਹੈ। ਬੱਚਿਓ, ਹੁਣ ਅਸੀਂ ਇਸ ਪਾਠ ਦੀਆਂ ਕੁਝ ਯਾਦ ਰੱਖਣ ਯੋਗ ਗੱਲਾਂ ਨੂੰ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲ ਕੀਤੀ ਸੀ ਕਿ ਟੱਚ ਟਾਈਪਿੰਗ ਕੀ ਹੈ। ਟੱਚ ਟਾਈਪਿੰਗ ਇੱਕ ਅਜਿਹੀ ਤਕਨੀਕ ਹੈ ਜਿਸ ਰਾਹੀਂ ਅਸੀਂ ਬਿਨਾਂ ਕੀਬੋਰਡ ਨੂੰ ਦੇਖੇ ਤੇਜ਼ ਰਫ਼ਤਾਰ ਨਾਲ ਟਾਈਪਿੰਗ ਕਰਨੀ ਸਿੱਖਦੇ ਹਾਂ। ਇਸ ਟਾਈਪਿੰਗ ਦੇ ਵਿੱਚ ਅਸੀਂ ਕੀਬੋਰਡ ਨੂੰ ਦੋ ਭਾਗਾਂ ਵਿੱਚ ਵੰਡ ਲੈਂਦੇ ਹਾਂ। ਪਹਿਲਾ ਭਾਗ ਹੈ ਖੱਬਾ ਪਾਸਾ ਅਤੇ ਦੂਸਰਾ ਭਾਗ ਹੈ ਸੱਜਾ ਪਾਸਾ। ਖੱਬੇ ਪਾਸੇ ਵਾਲੀਆਂ ਕੀਜ਼ ਖੱਬੇ ਹੱਥ ਦੀਆਂ ਉਂਗਲਾਂ ਨਾਲ ਦਬਾਈਆਂ ਜਾਂਦੀਆਂ ਹਨ। ਇਸੇ ਤਰ੍ਹਾਂ ਸੱਜੇ ਪਾਸੇ ਵਾਲੀਆਂ ਕੀਜ਼ ਸੱਜੇ ਹੱਥ ਦੀਆਂ ਉਂਗਲਾਂ ਨਾਲ ਦਬਾਈਆਂ ਜਾਂਦੀਆਂ ਹਨ, ਜਿਸ ਤਰ੍ਹਾਂ ਕਿ ਤੁਹਾਡੇ ਸਾਹਮਣੇ ਦਰਸਾਇਆ ਗਿਆ ਹੈ। ਸਭ ਤੋਂ ਮਹੱਤਵਪੂਰਨ ਗੱਲ ਜੋ ਅਸੀਂ ਪਹਿਲਾਂ ਵੀ ਡਿਸਕਸ ਕੀਤਾ ਹੈ, ਹੋਮ ਰੋ। ਸਾਡੇ ਹੱਥ ਜਾਂ ਉਂਗਲੀਆਂ ਹੋਮ ਰੋ ਉੱਤੇ ਹੋਣੀਆਂ ਚਾਹੀਦੀਆਂ ਹਨ। ਸਾਨੂੰ ਹਮੇਸ਼ਾ ਇਸ ਸਥਿਤੀ ਤੋਂ ਸ਼ੁਰੂ ਕਰਨਾ ਅਤੇ ਵਾਪਸ ਆਉਣਾ ਚਾਹੀਦਾ ਹੈ। ਪੰਜਾਬੀ ਵਿੱਚ ਟਾਈਪਿੰਗ ਕਰਨ ਲਈ ਅਸੀਂ ਅਨਮੋਲ ਲਿਪੀ ਫੌਂਟ ਦੀ ਵਰਤੋਂ ਕਰਦੇ ਹਾਂ। ਸਾਨੂੰ ਪੰਜਾਬੀ ਵਿੱਚ ਟਾਈਪਿੰਗ ਕਰਨ ਲਈ ਸਿਰਫ ਇਸ ਫੌਂਟ ਦੀ ਚੋਣ ਕਰਨੀ ਪੈਂਦੀ ਹੈ ਅਤੇ ਉਸ ਨੂੰ ਸੈੱਟ ਕਰਨਾ ਹੁੰਦਾ ਹੈ।
ਇਸ ਤੋਂ ਬਾਅਦ ਅਸੀਂ ਆਰਾਮ ਨਾਲ ਪੰਜਾਬੀ ਵਿੱਚ ਟਾਈਪਿੰਗ ਕਰ ਸਕਦੇ ਹਾਂ। ਪਿਆਰੇ ਬੱਚਿਓ, ਹੁਣ ਸਮਾਂ ਹੈ ਕੁਇਜ਼ ਦਾ। ਮੈਂ ਤੁਹਾਡੇ ਤੋਂ ਕੁਝ ਖਾਲੀ ਥਾਵਾਂ ਪੁੱਛਾਂਗੀ। ਪਹਿਲੀ ਹੈ, ਨੰਬਰ ਪੈਡ ਦੀ ਵਰਤੋਂ ਲਈ ਡੈਸ਼ ਕੀ ਔਨ ਹੋਣੀ ਚਾਹੀਦੀ ਹੈ। ਇਸ ਦਾ ਉੱਤਰ ਹੈ ਨਮਲੌਕ। ਨੈਕਸਟ ਹੈ, ਹੋਮ ਰੋ ਵਿੱਚ ਖੱਬੇ ਹੱਥ ਦੀ ਸਭ ਤੋਂ ਛੋਟੀ ਉਂਗਲੀ ਨਾਲ ਡੈਸ਼ ਕੀ ਦਬਾਈ ਜਾਂਦੀ ਹੈ। ਇਸ ਦਾ ਉੱਤਰ ਹੈ A। ਹੋਮ ਰੋ ਵਿੱਚ ਸੱਜੇ ਹੱਥ ਦੀ ਵਿਚਲੀ ਉਂਗਲੀ ਨਾਲ ਡੈਸ਼ ਕੀ ਦਬਾਈ ਜਾਂਦੀ ਹੈ। ਉੱਤਰ ਹੈ K। ਦੂਸਰੀ ਰੋ ਵਿੱਚ ਖੱਬੇ ਹੱਥ ਦੀ ਰਿੰਗ ਉਂਗਲੀ ਨਾਲ ਡੈਸ਼ ਕੀ ਦਬਾਈ ਜਾਂਦੀ ਹੈ। ਇਸ ਦਾ ਉੱਤਰ ਹੈ W। ਤੀਸਰੀ ਰੋ ਵਿੱਚ ਸੱਜੇ ਹੱਥ ਦੀ ਇੰਡੈਕਸ ਉਂਗਲੀ ਨਾਲ ਡੈਸ਼ ਕੀ ਦਬਾਈ ਜਾਂਦੀ ਹੈ। ਇਸ ਦਾ ਉੱਤਰ ਹੈ M ਅਤੇ N। ਕੁਇਜ਼ ਦੇ ਇਸ ਭਾਗ ਵਿੱਚ ਮੈਂ ਕੁਝ ਸਹੀ ਗਲਤ ਡਿਸਕਸ ਕਰਾਂਗੀ। ਪਹਿਲਾ ਹੈ, ਟਾਈਪਿੰਗ ਕਰਨ ਲਈ ਕੀਬੋਰਡ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ, ਖੱਬਾ ਪਾਸਾ ਅਤੇ ਸੱਜਾ ਪਾਸਾ। ਇਹ ਸਹੀ ਹੈ। ਅਨਮੋਲ ਲਿਪੀ ਫੌਂਟ ਰਾਹੀਂ ਅਸੀਂ ਪੰਜਾਬੀ ਵਿੱਚ ਟਾਈਪਿੰਗ ਕਰ ਸਕਦੇ ਹਾਂ। ਸਹੀ ਹੈ। ਟੱਚ ਟਾਈਪਿੰਗ ਇੱਕ ਅਜਿਹੀ ਤਕਨੀਕ ਹੈ ਜਿਸ ਰਾਹੀਂ ਬਿਨਾਂ ਕੀਬੋਰਡ ਨੂੰ ਦੇਖੇ ਅਸੀਂ ਟਾਈਪਿੰਗ ਕਰਨੀ ਸਿੱਖ ਸਕਦੇ ਹਾਂ। ਬਿਲਕੁਲ ਸਹੀ। ਕਰਸਰ ਦੇ ਖੱਬੇ ਪਾਸੇ ਇੱਕ ਅੱਖਰ ਮਿਟਾਉਣ ਲਈ ਸਪੇਸ ਬਾਰ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਗਲਤ ਹੈ। ਅਸੀਂ ਖੱਬੇ ਪਾਸੇ ਦੇ ਇੱਕ ਅੱਖਰ ਨੂੰ ਮਿਟਾਉਣ ਲਈ ਸਪੇਸ ਬਾਰ ਦੀ ਨਹੀਂ, ਸਗੋਂ ਬੈਕ ਸਪੇਸ ਕੀ ਦੀ ਵਰਤੋਂ ਕਰਦੇ ਹਾਂ। ਕੁਇਜ਼ ਦਾ ਨੈਕਸਟ ਕੁਐਸਚਨ ਹੈ, ਸਪੇਸ ਬਾਰ ਦਬਾਉਣ ਲਈ ਅਸੀਂ ਆਪਣੇ ਸੱਜੇ ਹੱਥ ਦੇ ਅੰਗੂਠੇ ਦੀ ਵਰਤੋਂ ਕਰਦੇ ਹਾਂ। ਸਹੀ। ਹੁਣ ਕੁਇਜ਼ ਦਾ ਲਾਸਟ ਕੁਐਸਚਨ, ਸ਼ਿਫਟ ਕੀ ਅਗਲੀ ਲਾਈਨ ਤੇ ਜਾਣ ਲਈ ਵਰਤੀ ਜਾਂਦੀ ਹੈ। ਇਹ ਗਲਤ ਹੈ। ਸ਼ਿਫਟ ਕੀ ਦੀ ਵਰਤੋਂ ਅਸੀਂ ਕੈਪੀਟਲ ਲੈਟਰਸ ਨੂੰ ਟਾਈਪ ਕਰਨ ਲਈ ਵਰਤਦੇ ਹਾਂ। ਅਗਲੀ ਲਾਈਨ ਤੇ ਜਾਣ ਲਈ ਅਸੀਂ ਐਂਟਰ ਕੀ ਦਾ ਇਸਤੇਮਾਲ ਕਰਦੇ ਹਾਂ। ਬੱਚਿਓ, ਮੈਂ ਆਸ਼ਾ ਕਰਦੀ ਹਾਂ ਕਿ ਤੁਸੀਂ ਇਸ ਟੌਪਿਕ ਨੂੰ ਬਹੁਤ ਹੀ ਚੰਗੇ ਤਰੀਕੇ ਨਾਲ ਸਮਝ ਲਿਆ ਹੋਵੇਗਾ ਅਤੇ ਆਪਣੇ ਘਰਾਂ ਵਿੱਚ ਤੁਸੀਂ ਟਾਈਪਿੰਗ ਦੀ ਪ੍ਰੈਕਟਿਸ ਜ਼ਰੂਰ ਕਰੋਗੇ। ਧੰਨਵਾਦ।